ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰਨ ਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਵ, ਗੁਰ ਅਰਜਨ ਬਿਘਨਾ ਨ ਕੇ ਨਾਸਕ, ਬਿਘਨਾ ਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਏਕ ਓੰਕਾਰਾ ਸਤਿਗੁਰੂ
ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਦੀਪਾ ਅਪਰ ਨਾਰਾਇਣ ਦਾਸ। ਬੂਲੇ ਸਹਿਤ ਆਏ ਗੁਰ ਪਾਸ। ਬੰਧਨ ਕਰ ਭਾਖੀ ਅਰਦਾਸ। ਜਨਮ ਮਰਨ ਦੇਖੋ ਦੇਹੁ ਬਿਨਾਸ਼। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਪਾ ਅਪਰ ਨਾਰਾਇਣ ਦਾਸ। ਬੂਲੇ ਸਹਿਤ ਆਏ ਗੁਰ ਪਾਸ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਦੇ ਵਿੱਚ ਬਖਸ਼ਿਸ਼ ਵਰਤਾ ਰਹੇ ਨੇ। ਹਰ ਰੋਜ਼ ਅਨੇਕਾਂ ਸਿੱਖ ਹੁੰਦੇ ਨੇ ਕਿ ਜਿਵੇਂ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ, ਭਾਈ ਕੇਦਾਰਾ ਜੀ ਜੈਸੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਉਪਦੇਸ਼ ਸਤਿਗੁਰੂ ਜੀ ਤੋਂ ਮੰਗਦੇ ਨੇ ਕਿ ਸਤਿਗੁਰੂ ਜੀ ਉਪਦੇਸ਼ ਬਖਸ਼ੋ, ਜਿੰਦੇ ਨਾਲ ਇਸ ਸੜਦੇ ਬਲ ਦੇ ਸੰਸਾਰ ਦੇ ਵਿੱਚੋਂ ਪਾਰ ਉਤਾਰ ਹੋ ਜਾਏ। ਇਸੇ ਤਰ੍ਹਾਂ ਤਿੰਨ ਸਿੱਖ ਸਤਿਗੁਰੂ ਦੇ ਚਰਨਾਂ ਵਿੱਚ ਅੱਜ ਫਿਰ ਆਏ ਨੇ, ਜਿਨ੍ਹਾਂ ਦੇ ਨਾਂ ਨੇ ਭਾਈ ਦੀਪਾ ਜੀ, ਭਾਈ ਨਾਰਾਇਣ ਦਾਸ ਜੀ ਅਤੇ ਭਾਈ ਬੂਲੇ ਜੀ। ਇਹਨਾਂ ਨੇ ਆ ਕੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਤੇ ਫਿਰ ਹੱਥ ਜੋੜ ਕੇ ਸਾਹਮਣੇ ਖਲੋ ਗਏ ਨੇ। ਬੰਧਨ ਕਰ ਭਾਖੀ ਅਰਦਾਸ। ਜਨਮ ਮਰਨ ਦੁੱਖ ਦੇਹੁ ਬਿਨਾਸ਼। ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ, ਸਤਿਗੁਰੂ ਕਿਰਪਾ ਕਰੋ, ਸਾਡਾ ਜਨਮ ਤੇ ਮਰਨ ਜਿਹੜਾ ਹੈ ਇਹਦਾ ਨਾਸ਼ ਕਰ ਦਿਓ, ਸਾਨੂੰ ਜਨਮ ਮਰਨ ਤੋਂ ਮੁਕਤ ਕਰ ਦਿਓ, ਜਿਉਂਦਿਆਂ ਵੀ ਮੁਕਤ ਹੋ ਜਾਈਏ ਤੇ ਅੱਗੇ ਜਨਮ ਮਰਨ ਵਾਲੀ ਜਿਹੜੀ ਮੁਕਤੀ ਹੈ ਉਹ ਵੀ ਸਾਨੂੰ ਪ੍ਰਾਪਤ ਹੋ ਜਾਏ। ਸ੍ਰੀ ਅੰਗਦ ਉਪਦੇਸ਼ ਬਤਾਇਓ। ਕਰੋ ਭਗਤ ਜੇ ਇਮ ਉਰ ਭਾਇਓ। ਇਹ ਸੁਣ ਕੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਉਪਦੇਸ਼ ਦਿੱਤਾ। ਕਹਿਣ ਲੱਗੇ, ਭਾਈ ਜੇ ਸੱਚਮੁੱਚ ਤੁਸੀਂ ਮੁਕਤ ਹੋਣਾ ਚਾਹੁੰਦੇ ਹੋ ਨਾ, ਜੇ ਤੁਹਾਡੇ ਮਨ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੁਕਤ ਹੋਣਾ ਚਾਹੀਦਾ ਹੈ, ਫਿਰ ਭਗਤੀ ਕਰੋ, ਕਿਉਂਕਿ ਭਗਤੀ ਹੀ ਇੱਕ ਐਸਾ ਉੱਤਮ ਸਾਧਨ ਹੈ ਜਿਹੜਾ ਜਿਉਂਦਿਆਂ ਵੀ ਤੁਹਾਨੂੰ ਮੁਕਤ ਕਰੇਗੀ ਔਰ ਫਿਰ ਜਿਹੜਾ ਜਨਮ ਮਰਨ ਵਾਲੀ ਮੁਕਤੀ ਹੈ ਉਹ ਵੀ ਮਿਲੇਗੀ। ਕਹਿਣ ਲੱਗੇ, ਹਮ ਭਗਤ ਨ ਜਾਣੇ ਕਿਮ ਸਰੂਪ ਕੈਸੇ ਕਰ ਠਾਨੇ। ਹੁਣ ਇਹਨਾਂ ਤਿੰਨਾਂ ਨੇ ਹੱਥ ਜੋੜ ਕੇ ਫਿਰ ਅਰਦਾਸ ਕੀਤੀ, ਸਤਿਗੁਰੂ ਜੀ ਅਸੀਂ ਤਾਂ ਭਗਤੀ ਕਰਨਾ ਜਾਣਦੇ ਹੀ ਨਹੀਂ। ਭਗਤੀ ਹੁੰਦੀ ਕੀ ਹੈ, ਇਹਦਾ ਸਰੂਪ ਕੀ ਹੁੰਦਾ ਹੈ,
ਭਗਤੀ ਵਾਸਤੇ ਕੋਈ ਪਹਿਰਾਵਾ ਪਾਉਣਾ ਪੈਂਦਾ ਹੈ। ਭਗਤੀ ਦੇ ਵਾਸਤੇ ਕੀ ਕੁਝ ਕਰਨਾ ਚਾਹੀਦਾ, ਸਾਨੂੰ ਕਿਰਪਾ ਕਰਕੇ ਤੇ ਸਮਝਾਓ। ਸ੍ਰੀ ਗੁਰ ਬਰਣਨ ਕੀਨ ਸਿਖਾਈ, ਬ੍ਰਹਮ ਸਵਲ ਮਾਇਆ ਜਗ ਜਾਈ। ਹੁਣ ਸਤਿਗੁਰੂ ਜੀ ਨੇ ਇਹਨਾਂ ਨੂੰ ਸਿੱਖਿਆ ਦੇਣ ਵਾਸਤੇ ਕੁਝ ਉਦਾਹਰਨਾਂ ਦੇ ਕੇ ਸਮਝਾਇਆ ਕਿ ਜਿਹੜੇ ਢੰਗ ਦੇ ਨਾਲ ਸੌਖਾ ਸਮਝ ਲੱਗ ਜੇ। ਸਤਿਗੁਰੂ ਜੀ ਕਹਿੰਦੇ ਨੇ ਕਿ ਰੱਬ ਨੇ, ਪਰਮੇਸ਼ਰ ਨੇ ਇਹ ਜਿਹੜੀ ਸਵਰਨ ਮਾਇਆ ਕਹਿੰਦੇ ਨੇ ਬੜੀ ਪ੍ਰਬਲ ਮਾਇਆ ਜਗ ਵਿੱਚ ਪੈਦਾ ਕੀਤੀ। ਔਰ ਕਈ ਵਾਰੀ ਬੇਨਤੀ ਕੀਤੀ, ਮਾਇਆ ਹੈ ਪ੍ਰਬਲ, ਇਹ ਨਹੀਂ ਦੀ ਸ਼ਕਤੀ ਬਹੁਤ ਹੈ। ਕਿਉਂਕਿ ਜਿਹੜੀ ਮਾਇਆ ਹੈ ਤੇ ਰੱਬ ਦੀ ਵੀ ਛਾਇਆ। ਇਹ ਰੱਬ ਦੀ ਪਰਛਾਈ ਦੇ ਵਿੱਚ ਵੀ ਬੜੀ ਤਾਕਤ ਹੈ। ਹੁਕਮ ਪਰਮੇਸ਼ਰ ਕੋ ਤਿਨ ਪਾਇਓ, ਆਪਣੇ ਮਹਿ ਸਭ ਜਗ ਪਰਮਾਇਓ। ਤੇ ਇਹ ਮਾਇਆ ਆਪਣੇ ਆਪ ਪੈਦਾ ਨਹੀਂ ਹੁੰਦੀ। ਕਹਿੰਦੇ ਹੁਕਮ ਪਰਮੇਸ਼ਰ ਕੋ ਤਿਨ ਪਾਇਓ, ਪਰਮੇਸ਼ਰ ਦੇ ਹੁਕਮ ਨਾਲ ਮਾਇਆ ਪੈਦਾ ਹੋਈ। ਤੇ ਇਸ ਮਾਇਆ ਨੇ ਆਪਣੇ ਮੋਹ ਦੇ ਵਿੱਚ ਸਾਰੇ ਸੰਸਾਰ ਨੂੰ ਪਰਮਾ ਲਿਆ। ਔਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਸਮਝਾ ਰਹੇ ਨੇ, ਗੁਰੂ ਅਮਰਦਾਸ ਜੀ ਨੇ ਗੁਰਬਾਣੀ ਦੇ ਵਿੱਚ ਵੀ ਸਮਝਾਇਆ ਹੈ। ਇਸ ਮਾਇਆ ਨੂੰ, ਮਨ ਨੂੰ ਮੋਹ ਲੈਣ ਵਾਲੀ ਇੱਕ ਨਾਗਣੀ ਵੀ ਕਿਹਾ ਹੈ, ਜਿਹਨੂੰ ਕਹਿੰਦੇ ਨੇ ਮਾਇਆ ਮਮਤਾ ਮੋਹਣੀ। ਜਿਨ ਵਿਣ ਦੰਤਾ ਜਗ ਖਾਇਆ, ਦੰਦ ਵੀ ਕੋਈ ਨਹੀਂ ਪਰ ਸਾਰੇ ਸੰਸਾਰ ਨੂੰ ਨਿਗਲ ਗਈ ਹੈ, ਖਾ ਗਈ ਹੈ। ਔਰ ਜਦੋਂ ਪੁੱਛਿਆ ਕਿ ਸਤਿਗੁਰੂ ਜੀ ਮਾਇਆ ਮਨੁੱਖ ਨੂੰ ਜਾਂ ਜੀਵ ਨੂੰ ਕਦੋਂ ਤੋਂ ਖਾਣਾ ਸ਼ੁਰੂ ਕਰਦੀ ਹੈ, ਕਦੋਂ ਤੋਂ ਮੋਹ ਲੈਂਦੀ ਹੈ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਕਿ ਅਸਲ ਵਿੱਚ ਜਿੱਦਣ ਮਾਤਾ ਦੇ ਗਰਭ ਵਿੱਚੋਂ ਬਾਹਰ ਨਿਕਲਿਆ, ਇਸ ਮਮਤਾ ਨੇ, ਇਸ ਮਾਇਆ ਨੇ ਉਦੋਂ ਤੋਂ ਖਾਣਾ ਸ਼ੁਰੂ ਕਰ ਲਿਆ। ਵਿੱਚੋਂ ਗਰਭੇ ਨਿਕਲੇ ਆਇਆ, ਖਸਮ ਵਿਸਾਰ ਦੂਣੀ ਚਿਤ ਲਾਇਆ। ਉਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਮਰ ਵਰਤਾਇਆ। ਬਸ ਮਾਇਆ ਤੋਂ ਉਦੋਂ ਦੇ ਪਿੱਛੇ ਪੈ ਗਈ। ਬਹੁਰ ਪ੍ਰਭੂ ਨੇ ਚਤੁਰ ਉਪਾਏ, ਜਿਨ ਤੇ ਮਿਲੇ ਮੋਹ ਕੋ ਆਏ। ਕਹਿੰਦੇ ਮਾਇਆ ਰੱਬ ਨੇ ਆਪਣੇ ਹੁਕਮ ਦੇ ਅੰਦਰ ਪੈਦਾ ਕੀਤੀ। ਔਰ ਫਿਰ ਉਸੇ ਰੱਬ ਨੇ ਚਾਰ ਸਾਧਨ ਵੀ ਪੈਦਾ ਕੀਤੇ। ਇਹ ਕਹਿ ਲਈਏ ਕਿ ਚਾਰ ਤਰੀਕੇ ਵੀ ਪੈਦਾ ਕੀਤੇ ਕਿ ਚਾਰਾਂ ਵਿੱਚੋਂ ਕਿਸੇ ਵੀ ਤਰੀਕੇ ਨਾਲ ਇਸ ਮਾਇਆ ਤੋਂ ਬਚ ਕੇ ਮਨੁੱਖ ਜਿਹੜਾ ਮੈਨੂੰ ਆ ਕੇ ਮਿਲ ਸਕੇ। ਇਹ ਪਰਮਾਤਮਾ ਨੇ ਪੈਦਾ ਕੀਤੇ। ਹੁਣ ਚਾਰ ਤਰੀਕੇ ਕਿਹੜੇ ਨੇ, ਗੁਰੂ ਸਾਹਿਬ ਜੀ ਸਮਝਾ ਰਹੇ ਨੇ। ਇੱਕ ਬੈਰਾਗ ਜੋਗ ਅਰ ਗਿਆਨ, ਚੌਥੇ ਉਪਜੇ ਭਗਤ ਮਹਾਨ। ਇਹ ਚਾਰ ਜੁਗਤੀਆਂ ਨੇ, ਚਾਰ ਤਰੀਕੇ ਨੇ ਰੱਬ ਨੂੰ ਮਿਲਣ ਦੇ, ਚਾਰ ਤਰੀਕੇ ਨੇ ਇਸ ਮਾਇਆ ਤੋਂ ਬਚਣ ਦੇ। ਕਹਿੰਦੇ ਇੱਕ ਬੈਰਾਗ ਹੈ, ਤਨ ਦੇ ਇਹ ਸਾਧਨ ਨੇ, ਤਿੰਨ ਸਾਧਨ, ਬੈਰਾਗ, ਯੋਗ ਤੇ ਗਿਆਨ। ਤਿੰਨ ਤੇ ਇਹ ਨੇ, ਇਹਨਾਂ ਕਰਕੇ ਮਾਇਆ ਤੋਂ ਬਚਿਆ ਜਾ ਸਕਦਾ ਹੈ। ਪਰ ਅਸਲ ਵਿੱਚ ਇਹ ਤਿੰਨੇ ਹੋਣ ਦੇ ਬਾਵਜੂਦ ਵੀ ਕਈ ਵਾਰੀ ਇਹਨਾਂ ਤਿੰਨਾਂ ਨੂੰ ਮਾਇਆ ਫਿਰ ਖਾ ਜਾਂਦੀ ਹੈ। ਮਾਇਆ ਇਹਨਾਂ ਤੇ ਪ੍ਰਭਾਵ ਫਿਰ ਵੀ ਕਿਤੇ ਨਾ ਕਿਤੇ ਪਾ ਜਾਂਦੀ ਹੈ। ਪਰ ਕਹਿੰਦੇ ਚੌਥੇ ਉਪਜੇ ਭਗਤ ਮਹਾਨ। ਚੌਥਾ ਸਾਧਨ, ਚੌਥਾ ਤਰੀਕਾ ਹੈ ਭਗਤੀ, ਪ੍ਰਭੂ ਦੀ ਭਗਤੀ। ਔਰ ਕੇਵਲ ਤੇ ਕੇਵਲ ਇੱਕ ਇਹ ਸਾਧਨ ਹੈ ਜਿੰਦੇ ਤੇ ਮਾਇਆ ਦਾ ਬਿਲਕੁਲ ਜ਼ੋਰ ਨਹੀਂ ਚੱਲਦਾ। ਗਿਆਨ ਵਿਰਾਗ ਜੋਗ ਸ਼ੁਭ ਤੀਨ, ਪੁਰਖ ਰੂਪ ਇਨ ਕੋ ਮਨ ਚੀਨ। ਹੁਣ ਸਤਿਗੁਰੂ ਜੀ ਸਮਝਾਉਣ ਵਾਸਤੇ ਕਹਿੰਦੇ ਨੇ ਭਾਈ ਇਹ ਜਿਹੜਾ ਗਿਆਨ ਹੈ, ਵਿਰਾਗ ਹੈ, ਯੋਗ ਹੈ ਤੇ ਤਿੰਨੇ ਠੀਕ ਨੇ। ਬਸ ਇਹਨਾਂ ਨੂੰ ਇਹ ਸਮਝ ਲਓ ਕਿ ਇਹ ਪੁਰਖ ਰੂਪ ਨੇ, ਇਹ ਪੁਰਖ ਨੇ। ਤੇ ਜਿਹੜੀ ਮਾਇਆ ਸ਼ਬਦ ਵਰਤਿਆ ਜਾਂਦਾ, ਮਾਇਆ ਉਹ ਇਸਤਰੀ ਹੈ।
स्त्री माया ने तिनको परमाए, बड़े जतन ते उभरियो जाए। ज्ञान विराग जोग ये तिन्ने पुरुष ने। माया स्त्री है, माया परमा लेंदी है, और बड़े जतन ते उभरियो जाए, बड़े जतन करके इस माया तो बचा जा सकता है, क्योंकि ज्ञान जिंदे कोल होवे ज्ञान करके बच सकता है। पर बहुतात विच इस तरह होता है कि जदों ज्ञान आ जाए फिर माया उन्हें परमाई लेती है। वो ज्ञान फिर वादा विवादां दे विच फसा दिंदी है। वो होमे दे विच फसा दिंदी कि मेरे वर्गा ज्ञानी किहड़ा है। बैराग आ जाए तो कई बार बैराग आउण दे बावजूद भी ये माया किसी न किसी ढंग नाल भरमा लेंदी है। और जोग जिहड़ा है ये जोग नूं भी भरमा लेंदी। जोग तो भी कई बार हठ जोग करदे करदे कोई ना कोई प्राप्ति होवे, उस तो ज़्यादा हंकार पैदा हो जाता है। ये माया भरमाउंदी, माया ही कुछ कराउंदी है। हुण गुरु साहब जी समझाउंदे ने ये तिन्ने ज्ञान विराग ते जोग ये समझण वास्ते इस तरह समझने कि ये पुरुष ने ते माया स्त्री है। माया इन्हां तिन्नां नूं भरमा लैंदी है, पर कोई बड़ा यतन करे तो इहदे तो बचिया जा सकता है। भगत है पतिव्रता नारी, इस पर न है माया बल भारे। पर जेड़ा भगती है, भगती ये भगती तो आप भी स्त्री रूप है, माया भी स्त्री है। तो एक स्त्री नूं स्त्री की भरमा लेगी। हो सकता किसी स्त्री नूं पुरुष भरमा ले, पुरुष नूं स्त्री भरमा ले, पर भगती स्त्री है और स्त्री भी उवें दी है जिहड़ी माया तो प्रभाव के थल्ले ते की होना। ये उस तरह की स्त्री जिन्हों पतिव्रता कहा जाता है। भगती उवें दी स्त्री है जिन्हों पतिव्रता कहा जाता है। फिर स्त्री को स्त्री ना भरमावै, तरे भगत तिस प्रभ मिलावै। स्त्री नूं स्त्री की भरमाएगी, जेड़ा भगती धारण करे बस ये भगती है वो प्रभु दे नाल मिला देती है। माया नटनी चातुर छलते, सबन भरमाए लेत निज बलते। पर गुरु साहब जी कहते माया छलनी बड़ी है, ये किसी न किसी ढंग नाल छल ही लेंदी है, किसी न किसी ढंग दे नाल भरमाई लेंदी है। अपने जोर दे नाल सारिआं नूं भरमाई फिरदी है। और बाबा कबीर जी ने तो पावन बचन कहे सन। धन गुरु ग्रंथ साहिब दे विच बाणी है, कहते ये माया इन्ने छल कर करके मेरे को आई। कदे धी बन के आई, कदे पुत्र बन के आई, कदे स्त्री बन के आई, कदे मोह ममता बन के कई तरीकों के नाल आई। पर बाबा कबीर जी कहते मैं नहीं इहदे जाल च फसिया। क्यों? क्योंकि गुरु ते परमेश्वर ते भरोसा से बस वो भगती करके तो बच गया। वो बाबा कबीर जी का पावन बचन है ना जी, कबीर आए मुझे पह अणक करे कर भेस। हम राखे गुरे अपने उनकी नो आदेश। जिंदे आदेश जिंदे हुक्म दे नाल माया आई, कहते मैनू उस गुरु ने रख लिया। गुरु साहब जी समझाते ने है बड़ी छलनी, छल लेंदी है। सुन सिखण बूझे गुर फेर, इन चतुरन को रूप बडेर। क्योंकि ये सुन के सिखा ने फिर पूछ लिया सतगुरु जी ये चार तरीके आपने दसे ने, ज्ञान विराग योग ते भगती, इन्हां विचों वड्डा किहड़ा है, बहुता वड्डा किहड़ा है। कर वर्णन सब देहु समझाए, जिसते हम प्राप्त होए जाए। सतगुरु जी इन्हां सारे चारों तरीकों के बारे थोड़ा थोड़ा समझाते हैं, ताकि इन्हूं समझ के जिंदे नाल सौखी प्राप्ति होवे, सौखा असीं कर सकते होइए, उस पासे में चलिए, प्राप्ति करिए। जन्म मरण को बहुर न पाए, अनंत रूप में रहे समाए।
कि जिंदे ते चल के सानू दोबारे जन्म मरण के चक्कर च ना पैना पए, जन्म मरण तो बच जाइए ते अपने आनंद रूप दे विच, अपने निज रूप दे विच असीं समा जाइए। तब श्री अंगद बहुर उचारा, एक बैराग है उबे प्रकारा। हुण गुरु साहब जी इन्हां चारां बारे दसदे ने। चारां दे विचों एक बैराग दस्सिया सी। कहंदे पे बैराग भी जिहड़ा है ना, बैराग दो तरह का है। एक प्रकार ये दो तरह का है। एक बैराग है उबे प्रकारा, उबे का अर्थ दो तरह का। ते किहड़े दो तरीके? एक मन को एक तन को होत, बड़ भागण के हृदय उदोत। एक बराग वो है जिहड़ा मन करके लगता है, और मन करके वड्डे भागा वाले नूं किसी नूं लगदा बराग। दूजा बराग वो जिहड़ा तन करके लगता है, और तन करके बराग आम तौर पर आ जाता है, पर वो थोड़े समय लिए होता है। सकल पदार्थ त्यागण करे, धन बनता सुत सब पर हरै। हुण जिहड़ा तन करके बराग आया, उस बराग दे विच आके कई बार मनुख दुनिया के सारे पदार्थ छड्ड दिंदे ने। पर हुण तन दे बराग ते मन दे बराग विच इह फर्क है कि दुनिया के पदार्थ ते शरीर दे इस तन दे जिहड़ियां लोड़ां ने उते चाहीदियां ने, उन्हां नूं कोई छड्डना है। पर तन दे बरागे सारे पदार्थ छड्ड दिंदे ने, धन छड्ड दिंदे ने, बनता इस्त्री वारी इस्त्री छड्ड दिंदे ने, धीआं पुत्तर परिवार छड्ड के चले जांदे ने। पर असल विच बराग चाहीदा मन दा। छड्ड ते चले जांदे ने, पर जो कुछ छड्डना है वो छड्डदे नहीं। कहंदे हट कर बाहर पोता ज देत, रहे वासना हृदय निकेत। वो हट करके ये सारा कुछ छड्ड के बाहर नूं जंगलों में तो भज जाते हैं, पर वासना अंदर फिर उवें दी रह जाती है। जिन्हों धन गुरु अर्जन देव महाराज सच्चे पातशाह जी पावन बचन कहते हैं, पूवर ताप घेरे के वस्त्रा, अपता का मारिया गृह ते नस्ता। घेरवे रंग के कपड़े पाले, असल में घर के बिपता तो डरदा होया भज गया बाहर। हुण बिपता ही समझदा है ना कि एक घर वसा के बच्चे हो गए तो मैं बिपता ही पा ली। हुण रोज़ कहते लिया, रोज़ कहते जा काम ते। इस बिपता तो डरदा होया भज गया तो कहता मैनूं बराग हो गया। ये तन का बराग तो हो सकता है, पर गुरु साहब जी कहते हैं देश छोड़ परदेसे धाया, पंच चंडाल नाले ले आया। ये तन का बराग हट करके किया होया बराग, जो कुछ छड्डना सी, ये पंज विकार जिहड़े छड्डने सन, जिन्हों गुरु साहब जी कहते पंज चोर ने, ये तो नाल ही लैके आ गया। ये तो घर परिवार दे विच रहिंदे भी नाल सन, हुण फिर जंगल दे विच भी नाल ही ने। दूसर ब्रह्म लोक लो सारे, बाईस बिष्टा सब निर्धारे। पर गुरु साहब जी कहते जो दूसरी तरह का बराग है, जिन्हों मन का बराग किया, असल में वो लोग है वो सारे दे विच ब्रह्म लोक नूं वेखदे ने, वो सारे दे विच रब नूं वेखदे ने। संसार के जिहड़े पदार्थ ने उन्होंने तो विष्टा दे वांग जानते हैं कि जिहड़ियां तन दीयां लोड़ां ने, जो कुछ मिलिया है उन्होंने भोगते भी ने, पर उन्होंने विच खुबदे भी नहीं। हृदय वासना क्यों ना हूँ ना धारै, सुपन समान जान पर हरै। वो इन्हां संसार दे विच, इन्हां पदार्थों दे विच रह के, माया दे विच रह के इन्हां नूं भोगदे भी ने, ते इन्हां सारे पदार्थों नूं इत्थों तक इस संसार नूं, इस जीवन नूं सुपने की तरह जानते हैं कि जो कुछ भोग लिया छड्ड दिता, जो कुछ मिल गया भोग लिया, नहीं मिलिया तो तां भी सत बचना। पाए पदार्थ परा लबद ते, भोगत है पर मन नह बंधते। जिहड़े पदार्थ मन के बरागे नूं मिल जाते हैं ना, वो छड्डदे नहीं।
ਇਹ ਨਹੀਂ ਕਿ ਜੇ ਰੁਪਈਏ ਮਿਲ ਗਏ ਤੇ ਚੁੱਕ ਕੇ ਗਲੀ 'ਚ ਵਗਾ ਦਿੱਤੇ। ਉਹਨੂੰ ਸਮਝਦੇ ਨੇ ਕਿ ਇਹ ਸਾਡੀ ਕਿਸਮਤ ਹੈ, ਪਰਾਨੰਤ ਹੈ, ਪਰਮੇਸ਼ਰ ਦੀ ਦਿੱਤੀ ਹੋਈ ਦਾਤ ਹੈ, ਔਰ ਉਸ ਦਾਤ ਵਿੱਚੋਂ ਵੀ ਰੱਬ ਨੂੰ ਵੇਖ ਲੈਂਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਾਂ ਸੁਖਮਣੀ ਸਾਹਿਬ ਦੇ ਵਿੱਚ ਸਾਨੂੰ ਬੜੇ ਸੌਖੇ ਢੰਗ ਨਾਲ ਸਮਝਾਇਆ ਕਿ ਬੰਦਿਆ, ਰੱਬ ਦੇ ਤੈਨੂੰ ਪਹਿਚਾਣ ਤਾਂ ਨਹੀਂ ਸੀ ਹੋਣੀ, ਪਰ ਜਿਹੜੀਆਂ ਰੱਬ ਨੇ ਦਾਤਾਂ ਦਿੱਤੀਆਂ ਘੱਟੋ ਘੱਟ ਇਹਨਾਂ ਦਾਤਾਂ ਨੂੰ ਧਿਆਨ ਨਾਲ ਵੇਖ, ਤੇ ਫਿਰ ਵੇਖ ਜਿਹੜਾ ਦਾਤਾ ਦੇਣ ਵਾਲਾ ਬਸ ਉਹੀ ਪਰਮੇਸ਼ਰ ਹੈ। ਗੁਰੂ ਸਾਹਿਬ ਨੇ ਤਾਂ ਪ੍ਰਸ਼ਾਦਾ ਛਕਣ ਲੱਗਿਆ ਕਹਿ ਦਿੱਤਾ ਕਿ ਪ੍ਰਸ਼ਾਦੇ ਨੂੰ ਵੇਖ, ਇਹਦੇ ਵਿੱਚੋਂ ਰੱਬ ਚੇਤੇ ਆਏਗਾ। ਔਰ ਉਹ ਭਾਵਨਾ ਬਣਾਈ ਕਿ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤੇ ਠਾਕੁਰ ਪੂਰਾ ਖਮਣ ਮਾਹੇ। ਔਰ ਫਿਰ ਭਾਵਨਾ ਵਾਲਾ ਜਦੋਂ ਘਰ ਦੇ ਵਿੱਚ ਵੜਦਾ, ਘਰ ਤੋਂ ਸਿੱਖਿਆ ਲੈਂਦਾ ਹੈ ਕਿ ਜੋ ਮੰਦਰ ਕੋ ਥੰਮ ਹੈ ਥੰਮਣ, ਤੋ ਗੁਰ ਕਾ ਸ਼ਬਦ ਮਣੇ ਅਸਥੰਭਣ। ਕਿਉਂਕਿ ਇਹ ਮਨ ਦਾ ਪਰਾਗ ਹੈ। ਰੱਬ ਜੀ, ਇਹ ਪਰਮੇਸ਼ਰ ਜੀ ਘਰ ਦਿੱਤੇ ਨੇ, ਸੋਹਣੇ ਮਹਿਲ ਮਾੜੀਆਂ ਬਖਸ਼ੇ ਨੇ, ਤੁਹਾਡਾ ਧੰਨਵਾਦ ਹੈ, ਪਰ ਕਿਰਪਾ ਕਰਿਓ ਜਿਵੇਂ ਇਹਨਾਂ ਕੰਧਾਂ ਦੇ ਉੱਤੇ ਛੱਤ ਟਿਕੀ ਹੈ ਨਾ, ਆਪਣਾ ਨਾਮ, ਆਪਣਾ ਸ਼ਬਦ ਦੇ ਕੇ ਇਸ ਮਨ ਨੂੰ ਟਿਕਾਈ ਰੱਖਿਓ। ਉਹਨਾਂ ਦੇ ਅੰਦਰ ਵਿਸ਼ੇ ਵਿਕਾਰ ਨਹੀਂ ਹੁੰਦੇ। ਨਿਜ ਸਰੂਪ ਤਿਸ ਬ੍ਰਿਤੀ ਲਗਾਵੇ, ਵਿਸ਼ੇ ਬਾਸਨਾ ਤੇ ਉਲਟਾਵੇ। ਕਿਉਂਕਿ ਜਿਹੜੇ ਮਨ ਦੇ ਬਰਾਗੀ ਹੁੰਦੇ ਨੇ, ਉਹ ਆਪਣਾ ਧਿਆਨ ਆਪਣੇ ਨਿਜ ਸਰੂਪ ਦੇ ਵਿੱਚ ਟਿਕਾ ਕੇ ਰੱਖਦੇ ਨੇ। ਵਿਸ਼ੇ ਬਾਸਨਾ ਵੱਲੋਂ ਬਿਲਕੁਲ ਆਪਣਾ ਮਨ ਜਿਹੜਾ ਉਹ ਉਲਟੇ ਪਾਸੇ, ਰੱਬ ਵਾਲੇ ਪਾਸੇ ਲਾਉਂਦੇ ਨੇ, ਵਿਸ਼ੇ ਵਿਕਾਰਾਂ ਦੇ ਨੇੜੇ ਨਹੀਂ ਜਾਂਦੇ। ਤਥਾ ਜੋਗ ਪੇ ਦੋ ਪ੍ਰਕਾਰ, ਇੱਕ ਤੋਂ ਕਸ਼ਟ ਜੋਗ ਉਰ ਧਾਰ। ਜਿਵੇਂ ਬੈਰਾਗ ਦੋ ਤਰ੍ਹਾਂ ਦਾ ਹੈ, ਧੰਨ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਭਾਈ, ਇਸੇ ਤਰ੍ਹਾਂ ਜੋਗ ਵੀ ਦੋ ਤਰ੍ਹਾਂ ਦਾ ਹੈ, ਜਿਹਨੂੰ ਇੱਕ ਹੱਠ ਜੋਗ ਕਹਿੰਦੇ ਨੇ, ਇੱਕ ਪ੍ਰੇਮ ਜੋਗ ਕਹਿੰਦੇ ਨੇ, ਜਾਂ ਭਗਤੀ ਜੋਗ ਕਿਹਾ ਜਾਂਦਾ ਹੈ। ਇੱਕ ਜੋਗ ਤੇ ਉਹ ਹੈ ਜਿਹੜਾ ਸਰੀਰ ਨੂੰ ਦੁੱਖ ਦਿੱਤਾ ਜਾਂਦਾ ਹੈ, ਉਹ ਜੋ ਕਰ ਕਰਕੇ ਸਰੀਰ ਨੂੰ ਦੁਖੀ ਕਰੀ ਜਾਂਦੇ ਨੇ। ਯਮ ਬਿਮਾਦ ਅਸ਼ਟ ਹੈ ਅੰਗ, ਸਕਲ ਕਹੇ ਬਹੁ ਵਧੇ ਪ੍ਰਸੰਗ। ਹੁਣ ਇਹ ਜਿਹੜਾ ਕਸ਼ਟ ਯੋਗ ਹੈ ਜਾਂ ਹੱਠ ਯੋਗ ਹੈ, ਗੁਰੂ ਸਾਹਿਬ ਜੀ ਕਹਿੰਦੇ ਨੇ ਇਹਦੇ ਵਿੱਚ 8 ਤਰੀਕੇ ਨੇ, 8 ਅੰਗ ਨੇ। ਤੇ ਜੇ ਇਹਨਾਂ ਸਾਰਿਆਂ ਬਾਰੇ ਤੁਹਾਨੂੰ ਸਮਝਾਇਆ, ਪ੍ਰਸੰਗ ਬੜਾ ਵੱਧ ਜਾਣਾ ਹੈ, ਔਰ ਹੋ ਸਕਦਾ ਫਿਰ ਜ਼ਿਆਦਾ ਸਮਝ ਵੀ ਨਾ ਲੱਗੇ। ਬਸ ਇੰਨਾ ਸਮਝ ਲਓ ਕਿ 2 ਤਰ੍ਹਾਂ ਦਾ ਯੋਗ ਹੈ। ਹੱਠ ਯੋਗ ਦੇ ਅੱਗੇ 8 ਤਰੀਕੇ ਨੇ। ਦੂਸਰ ਰੂਪ ਸੁਣੋ ਤਿਸ ਭੇਤ, ਰੋਕ ਵਾਸ਼ਨਾ ਤੇ ਮਨ ਲੇਤ। ਇੱਕ ਤੇ ਹੱਠ ਯੋਗ ਹੈ, ਦੂਜਾ ਪ੍ਰੇਮ ਯੋਗ ਹੈ। ਹੁਣ ਗੁਰੂ ਸਾਹਿਬ ਜੀ ਕਹਿੰਦੇ ਦੂਜੇ ਯੋਗ ਬਾਰੇ ਸੁਣੋ ਕਿ ਵਾਸ਼ਨਾ ਤੋਂ ਮਨ ਨੂੰ ਰੋਕ ਲੈਣਾ। ਫਿਰ ਸਤਿਗੁਰ ਸ਼ਬਦ ਸਦੈਵ ਵਿਚਾਰੈ, ਗੁਰੂ ਦੇ ਸ਼ਬਦ ਨੂੰ ਸਦਾ ਹੀ ਮਨ ਵਿੱਚ ਵਿਚਾਰਦੇ ਰਹਿਣਾ। ਜਿਹੜਾ ਸ਼ਬਦ ਸੁਣਿਆ, ਜਿਹੜਾ ਪੜ੍ਹਿਆ, ਬਸ ਉਹਨੂੰ ਮਨ ਦੇ ਵਿੱਚ ਵਿਚਾਰਦੇ ਰਹਿਣਾ। ਇਹ ਦੂਸਰਾ ਜਿਹੜਾ ਯੋਗ ਅਸਲ ਵਿੱਚ ਇਹ ਬ੍ਰਹਮ ਦੇ ਸਰੂਪ ਨੂੰ ਜਾਣਨਾ ਹੈ। ਇਹ ਬ੍ਰਹਮ ਦੇ ਬਰਾਬਰ ਹੈ। ਇਸ ਗਿਆਨ ਨੂੰ ਅੰਦਰ ਸਮਝਦੇ ਰਹਿਣਾ, ਵਿਚਾਰਦੇ ਰਹਿਣਾ। ਕਹਿੰਦੇ ਨੇ ਆਤਮ ਵਿਖੈ ਜੁਟੀ ਬ੍ਰਿਤ ਰਹਿ, ਸ੍ਰੇਸ਼ਟ ਪਰਮ ਯੋਗ ਇਹ ਕਹੈ। ਇਹ ਦੂਜਾ ਜਿਹੜਾ ਯੋਗ ਹੈ ਨਾ, ਪ੍ਰੇਮ ਯੋਗ ਜਾਂ ਭਗਤੀ ਯੋਗ, ਇਹ ਸਭ ਤੋਂ ਸ੍ਰੇਸ਼ਟ ਯੋਗ ਹੈ, ਪਰਮ ਯੋਗ ਹੈ। ਕਿਉਂਕਿ ਆਤਮ ਵਿਖੈ ਜੁਟੀ ਬ੍ਰਿਤ ਰਹਿ, ਬਿਰਤੀ ਜਿਹੜੀ ਹੈ ਉਹ ਹਰ ਵੇਲੇ ਆਤਮਾ ਦੇ ਵਿੱਚ ਹੀ ਜੁੜੀ ਰਹਿੰਦੀ ਹੈ, ਔਰ ਆਤਮਾ ਪਰਮਾਤਮਾ ਦਾ ਰੂਪ ਹੈ। ਇਹ ਕਹਿੰਦੇ ਕਿ ਬਿਰਤੀ ਜਿਹੜੀ ਆਪਣੇ ਹੀ ਅੰਦਰ, ਆਪਣੇ ਨਿਜ ਰੂਪ ਦੇ ਵਿੱਚ ਟਿਕੀ ਰਹਿੰਦੀ ਹੈ। ਵਾਸਤਵ ਨਿਜ ਸਰੂਪ ਕੋ ਜਾਣੈ, ਇਸ ਕੋ ਗਿਆਨੀ ਗਿਆਨ ਬਖਾਨੈ। ਸਤਿਗੁਰੂ ਜੀ ਕਹਿੰਦੇ ਨੇ ਗਿਆਨ ਇੱਕ ਤੇ ਉਹ ਜਿਹੜਾ ਕਿਤਾਬਾਂ ਪੜ੍ਹ ਕੇ ਅੱਖਰੀ ਗਿਆਨ ਹੋ ਗਿਆ, ਬਾਹਰੋਂ ਗਿਆਨੀ ਬਣ ਗਏ, ਉਹਨੂੰ ਤੇ ਮਾਇਆ ਭਰਮਾ ਲੈਂਦੀ ਹੈ। ਪਰ ਅਸਲ ਗਿਆਨ ਉਹ ਹੈ, ਅਸਲ ਗਿਆਨੀ ਉਹਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਵਾਸਤਵ ਨਿਜ ਸਰੂਪ ਕੋ ਜਾਣੇ, ਆਪਣੇ ਨਿਜ ਸਰੂਪ ਨੂੰ ਜਾਣ ਲਵੇ। ਬਸ ਜਿਹੜਾ ਇੰਨੀ ਗੱਲ ਸਮਝ ਲਵੇ ਕਿ ਮੈਂ ਕੌਣ ਹਾਂ। ਕਿਉਂਕਿ ਦੁਨੀਆ ਜਿਹੜੀ ਹੈ ਉਹ ਆਪਣੇ ਆਪ ਨੂੰ ਸਰੀਰ ਹੀ ਸਮਝਦੀ ਹੈ।
मैं कौन हाँ बस अपना नाम दस देंगे, ना भाई शरीर का है। ये यादगारी वास्ते, निशाने वास्ते दुनिया के लोगों ने रखे, पर तू है कौन? असल ज्ञान वो है जिहड़े अपने आप को जान लेंदे ने। चौथे भगत रूप सुन ले हो, कले काले मुख लखे हो। सतगुरु जी कहते हैं चौथे तरह के जो चौथा तरीका दसिया सी भगती, उनके बारे भाई सुन लो। कल युग के विच सब तो श्रेष्ठ ये है, सब तो उत्तम भगती है। इहदे च शरीर नूं दुख नहीं देना, इहदे विच कोई बंदस नहीं। तू किन्ने घंटे चौंगड़े मार के बैठने, अखां बंद करनियां ने, इस रंग के कपड़े पाउणे ने। इहदे विच कोई वहम, कोई भरम नहीं, कोई बंदस नहीं। क्योंकि भगती तो गुरु साहब जी कहते हैं भाई चलद्या फिरद्या, उठद्या बहिंद्या, सुत्या जागद्या हर वेले हो सकती है। उन्होंने गुरु साहब जी ने पावन बचन कहे ने, उठत बैठत सोवत जागत, मार्ग चलत हरे हर गाइए। उनके वास्ते कोई विशेष नहीं करना पैंदा। उनके बारे सुनो, सब तो श्रेष्ठ है कलयुग दे विच भगती। वाहिगुरु कीजै निज स्वामी, सकल शगत युत अंतर जामे। बस वाहिगुरु नूं अपना स्वामी समझ के वो हर वेले वाहिगुरु नूं याद करना, ये तो भगती है। याद करने वास्ते तरीका कोई भी वरता लो, कोई तरीका ना वरतो। गुरु साहब जी कहते किसी भी तरीके बस याद रखो, ये भगती है। आप बड़े तारा प्रभ केरे, पते प्रता के रीत बडेरे। बस सतगुरु जी कहते हैं इस भगती योग दे विच आप अपने उस रब नूं, परमेश्वर नूं अपना पति जाने, आप उनकी तारा इस्त्री बने। तो इस्त्री भी वो जी पतिव्रता होती है, और पतिव्रता इस्त्री वो अपने पति के हुक्म में चलती है। और गुरु साहब ने तो पावन बचन कहे कि असल में गुरसिख है ही वो, जो गुर कहे सोई भल माना। वो पतिव्रता इस्त्री है, अपने गुरु नूं, अपने रब नूं अपना पति जाने। तन मन धन सब अर्पै पत को, प्यारो परम प्रेम कर चित को। अपना तन, अपना मन, अपना धन, सारा कुछ अपना पति परमेश्वर नूं सौंप दे। बस उनके प्यार दे विच, उनकी आग्या दे विच, उनके हुक्म दे विच रहे। पात्र जाए मैं है राजी रहे, बिछरे नित मिलबे को चहै। हुण इत्थे गुरु साहब जी पतिव्रता इस्त्री के उदाहरण दे रहे हैं ना जी। और गुरु साहब ने तो पावन बचन कहे ने, इस जग में पुरख एक है, होर सगली नार सबाई। पुरख इको ही है। इत्थे जे पति की गल है तो पति रब है, परमेश्वर है, गुरु है। तो जे पत्नी की गल है वो गुरु का सिख है। भाई जिवें पतिव्रता इस्त्री अपने पति तो विछड़ जाए, तो फिर वो नित मिलन का यतन करती कि किहड़े ढंग नाल मिलिया जाए। जावत मिलहे ना रचे उपाय, ऐ सुगत पत बिन दुखदाई। और जदों तक पति नूं मिल नहीं लेंदी, फिर वो उपाय कोई ना कोई करती है, करदी रहती है। बस समझ तो लग जाए। और खिमा करना, सानू तो समझ ही नहीं लगी कि असीं रब दे नालों कदे विछड़े हुए हैं, गुरु दे नालों विछड़े हुए हैं। तो जे कहिए भाई नहीं कित्थे विछड़े जी, हर साल तो अखंड पाठ कराईदा है। ये गुरु नूं चेते रखण दा पैमाना नहीं जी, हर वेले चेते रहे। दीर्घ श्वास परे मुख पीरे, अशर बहे तरहे नह धीरे। पतिव्रता इस्त्री जदों अपने पति दे नालों विछड़दी है ना, तो कहते उनके अखां दे विचों हंझू रुकदे नहीं। कि गुरु के सिखा रब नालों, परमेश्वर नालों भुल के ये अंदर तड़फ लगी रहे, जी गुरु अर्जन देव सच्चे पातशाह जी ने कही है कि एक घड़ी ना मिलते तो कलयुग होता। हुण कद मिले प्रिय तुद भगवंता, मुहे रैन ना बिहावै, नींद न आवै, बिन देखे गुर दरबारे जी।
ये प्रतिबद्धता एक इस्त्री के अंदर की हालत है। जो तिस पत के बात सुनावे, सेवा करे प्रेम को लावे। वो पति व्रता जी इस्त्री है, उनके पति तो कोई गल भी सुना देना कि फलाने थां तो नौकरी करता है, काम करता है, मैं किते देखिया है, तो उनकी सेवा करते हो थकती नहीं। और गुरु साहब ने तो पावन वचन कहे ने कि मेरे प्रीतम के जो बात सुनावे, सो भाई सो मेरा वीर। मेरे रब दे कोई गल सुनावे तो सही। पत परमेश्वर प्रेम पछानै, मिले प्रयासो रलियां ठानै। बस पति नूं जिवें पतिव्रता इस्त्री परमेश्वर करके मनती है, इवें अपने गुरु पति नूं परमेश्वर करके मने। तिन के बस होए फिरे पिछारे, इम हर भगत लेहो उर धारे। जिवें पतिव्रता इस्त्री पति दे हुक्म दे पिछे पिछे फिरती है, हुक्म करे तिन के बस होए फिरे पिछारे, पिछे पिछे फिरती है। बस उवें गुरु का सिख गुरु के हुक्म के पिछे चलता है। बस ये भगती की पछाण है। गुरु साहब जी कहते हैं इम हर भगत ले हो उर धारी। इस तरह की भगती हिरदे विच धारण करो कि जो गुरु ने कह दिता बस वही पना है। सुन सतगुर के बाक सुहाए, तीनों भगत भय सुख पाए। कहते तिन्ने सिख जिहड़े गुरु साहब के चरणों में आए, गुरु साहब के पावन बचन सुने और सुन के ये बचनों को अपने हिरदे में ऐन पक्की तरह धारण कर लिया। सत संगत के सेवा लागे, प्रेम परमेश्वर को मन जागे। उन्होंने दे अंदर प्रेमा भगती पैदा हुई, वो सत संगत की सेवा में लगे। और ये जिहड़े तिन्ने ने मल्लू शाही आदक सारे, श्री अंगद के रहे दुआरे। भाई मल्लू शाह आदिक और ये जिहड़े तिन आए सन सारे, ये सिख गुरु साहब के उपदेश लैके गुरु साहब के चरणों में ही रहिंदे ने, इत्थे रह के सेवा करते हैं। श्री गुर अमरदास टिक रहे, कर सिखे को शुभगत लहै। तो इन्हां विचों कई सिख ने जिहड़े फिर अगे तीसरे पातशाह धन गुरु अमरदास के चरणों के विच रह के भी सेवा करते रहे। इन सो मिले अपर सिख होए, सतगुरु जस को हृदय परोए। और इन्हां सिखां दे विच इन्नी भगती भावना आ गई सी, प्रेमा भगती, कि जिहड़े इन्हां नूं मिलदे सन होर कई इन्हां दे मूँह गुरु साहब की सिफत सलाह सुनते सन और सिक्खी नूं धारण करते सन। इन्हां नूं मिल मिल के होर कई गुरु साहब के चरणों में आए। बड़े भाग जिनके जग जागे, गुरमिल प्रभु प्रेम में भागे। कहते जिन्हां दे वड्डे भाग जागते सन वो इन्हां सिखां नूं मिलते सन, क्योंकि सब तो वड्डे भाग गुरसिखां के। जो गुरसिख जो सिख गुरचरनी पढ़ते आ, ये तो गुरु के चरणों में पे सन, इन्हां दे भाग वड्डे सन और उन्हां दे भाग बड़े वड्डे सन जिहड़े इन्हां नूं मिलते सन। गुरमिल प्रभु प्रेम में भागे, गुरु नूं मिल के परमेश्वर की प्रेमा भगती विच लगते सन। इत्थे कविराज ने अध्याय भी खत्म किया है और समा भी जिहड़ा है वो समाप्त है। हुई भुलां दी खिमा। आओ एक 2 मिनट होर रसना दे नाल हाजरी लवाइए, फिर समाप्ति है जी। वाहेगुरु 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 वाहेगुरु। वाहेगुरु